मैं तान दीवान तू है मेरे स्वामी, मैं तुझे आगे अरदास। मैं होर थाओ नाही जिस पर करां बेनंती। मेरा दुख सुख तुझ ही पास। सुकहा टल गुर सेविया यहनस सहज सुभाए। दर्शन परसया गुरु का जन्म मरण दुख जाए। होवह सिफत खुशामदी नूरे अरसों कुरसों चटिया। तुद डिठे सच्चे पातशाह मल जन्म जन्म दी कटिया। सजन सच्चा पातशाह सिर शाहां दा शाह। जिस पास बैठिया सोहिया सबना दा विसाहा। जिस पास बैठिया सोहिया सबना दा विसाहा। धन वाहिगुरु साहिब जी। गौड़ी महला पंजवा। तोती खोल विछाए हेठ। गरतब वांगू लाहे पेट। तोती खोल विछाए हेठ। गरतब वांगू लाहे पेट। बिन करतूती मुक्त न पाइया। मुक्त पदार्थ नाम ते आइया रहाओ। पूजा तिलक करत इशनाना। छुरी काढ़ लीवै हथ दाना। वेद पढ़ै मुख मीठी बाणी। जियां कोहत न संगै प्राणी। कहो नानक जिस कृपा तारै। हृदय शुद्ध ब्रह्म विचारै। कहो नानक जिस कृपा तारै। हृदय शुद्ध ब्रह्म विचारै। वाहिगुरु जी का खालसा वाहिगुरु जी की फतेह। परम सन्मानयोग चावर तखत सिंघासन दे मालक जहरा जहूर हाजर हजूर सर्ब कला भरपूर। दसां ही पातशाहियां दे आत्मिक स्वरूप
ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਹਾਜ਼ਰੀ ਭਰ ਰਹੇ ਸਤ ਸੰਗੀ ਜਨਾਂ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਵਰਤੀ ਹੈ। ਸਾਹਿਬ ਜੀ ਨੇ ਅੰਮ੍ਰਿਤ ਵੇਲੇ ਦੀ ਦਾਤ, ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਉਪਰੰਤ ਸੱਜੇ ਦੀਵਾਨਾਂ ਅੰਦਰ ਨਿਤਨੇਮ ਦੀਆਂ ਬਾਣੀਆਂ ਦੇ ਜਾਪ, ਰਸ ਭਿੰਨੀ ਅੰਮ੍ਰਿਤ ਬਾਣੀ ਆਸਾ ਕੀ ਵਾਰ ਦਾ ਕੀਰਤਨ। ਉਪਰੰਤ ਆਓ ਜੋ ਸਤਿਗੁਰਾਂ ਜੀ ਦਾ ਪਾਵਨ ਗੌੜੀ ਰਾਗ ਦੇ ਅੰਦਰ ਪੰਜਵੇਂ ਨਾਨਕ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦਾ ਪਾਠ ਰੂਪ ਦੇ ਅੰਦਰ ਆਪ ਜੀ ਨੇ ਇਹ ਸ਼ਬਦ ਸਰਵਣ ਕੀਤਾ ਹੈ। ਸਤਿਗੁਰੂ ਜੀ ਇਸ ਪਾਵਨ ਸ਼ਬਦ ਦੇ ਅੰਦਰ ਕੀ ਉਪਦੇਸ਼ ਦਿੰਦੇ ਨੇ, ਆਓ ਵਿਚਾਰ ਕਰਨ ਤੋਂ ਪਹਿਲਾਂ ਮਨ ਚਿੱਤ ਇਕਾਗਰ ਕਰ ਸਤਿਗੁਰਾਂ ਜੀ ਦੇ ਪਾਸ ਹਾਜ਼ਰੀ ਲਵਾਈਏ। ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦਾ ਇਹ ਪਾਵਨ ਪਵਿੱਤਰ ਗੌੜੀ ਰਾਗ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 201 ਉੱਪਰ ਇਹ ਪਾਵਨ ਸ਼ਬਦ ਸ਼ੋਭਨੀਕ ਹੈ। ਔਰ ਸਾਹਿਬ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਜੋ ਇਸ ਸ਼ਬਦ ਦਾ ਰਹਾਉ ਵਾਲਾ ਬੰਦ ਹੈ, ਮੁਕਤੀ ਦੀ ਗੱਲ ਕੀਤੀ ਹੈ ਕਿ ਜੀਵ ਮੁਕਤ ਕਿਵੇਂ ਹੁੰਦਾ ਹੈ, ਉਹਨੂੰ ਮੋਕਸ਼ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ। ਤੇ ਧਾਰਮਿਕ ਪੱਖ ਤੋਂ ਜਦੋਂ ਜੀਵ ਮੁਕਤ ਹੋਣਾ ਚਾਹੁੰਦਾ ਹੈ ਤੇ ਫਿਰ ਧਾਰਮਿਕ ਪਹਿਰਾਵੇ ਵਾਲੇ ਕਿਵੇਂ ਦੇ ਡਰਾਵੇ ਦੇ ਕੇ ਤੇ ਉਹਨੂੰ ਹੋਰ ਕਰਮ ਕਾਂਡਾਂ ਦੇ ਅੰਦਰ ਪਾ ਦਿੰਦੇ ਨੇ। ਆਓ ਗੁਰਮਤਿ ਦੇ ਨਜ਼ਰੀਏ ਦੇ ਨਾਲ ਸਮਝਣ ਦਾ ਯਤਨ ਕਰੀਏ ਜੋ ਸਤਿਗੁਰਾਂ ਨੇ ਪਾਵਨ ਸ਼ਬਦ ਅੰਦਰ ਬਖਸ਼ਿਸ਼ ਕੀਤੀ ਕਿ ਮਰਨ ਤੋਂ ਬਾਅਦ ਮੁਕਤੀ ਹੈ ਕਿ ਜੀਵਦਿਆਂ ਜੀਵ ਮੁਕਤੀ ਹੈ। ਤੋ ਅਸਲ ਮੁਕਤੀ ਦਾ ਰਾਜ ਕੀ ਹੈ? ਸਾਹਿਬ ਨੇ ਬੜਾ ਪਿਆਰਾ ਸ਼ਬਦ ਰਹਾਉ ਵਾਲੇ ਬੰਦ ਦੇ ਅੰਦਰ ਵਰਤਿਆ। ਕਹਿਣ ਲੱਗੇ ਬਿਨ ਕਰਤੂਤੀ ਮੁਕਤ ਨਾ ਪਾਈਐ, ਮੁਕਤ ਪਦਾਰਥ ਨਾਮ ਧਿਆਈਐ ਰਹਾਉ। ਇਹ ਪਾਵਨ ਸ਼ਬਦ ਦਾ ਰਹਾਉ ਵਾਲਾ ਬੰਦ ਹੈ। ਔਰ ਜਿਸ ਅੰਦਰ ਦਇਆ ਦੇ ਘਰ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਕਹਿਣ ਲੱਗੇ ਬਿਨ ਕਰਤੂਤੀ। ਇੱਥੇ ਸ਼ਬਦ ਵਰਤਿਆ ਗਿਆ ਹੈ ਕਰਤੂਤ। ਕਰਤੂਤ ਤੋਂ ਭਾਵ ਕੰਮ। ਤੇਰੇ ਨਿੱਤਾ ਪ੍ਰਤੀ ਕੰਮ ਕੀ ਨੇ, ਤੂੰ ਕੀ ਕਰਮ ਕਰਦਾ ਹੈ। ਜਿਵੇਂ ਪਾਵਨ ਬਾਣੀ ਦਾ ਸ਼ਬਦ ਆਪਾਂ ਸ਼ਰਵਣ ਕਰਦੇ ਹਾਂ, ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਬਾਣੀ ਸੁਖਮਣੀ ਦੇ ਅੰਦਰ ਮਿਹਰ ਅੰਮ੍ਰਿਤ ਵਰਤਾਉਂਦੇ, ਕਹਿਣ ਲੱਗੇ ਕਰਤੂਤ ਪਸ਼ੂ ਕੀ ਮਾਨਸ ਜਾਤ। ਕਹਿੰਦੇ ਕੰਮ ਤੇ ਪਸ਼ੂਆਂ ਵਾਲੇ ਨੇ, ਪਰ ਜਾਤ ਜਨਮ ਜਿਹੜਾ ਇਹ ਮਨੁੱਖਾ ਲਿਆ ਹੈ। ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਕਹਿੰਦੇ ਭਲਿਆ ਜਨਮ ਤੈਨੂੰ ਮਨੁੱਖਾ ਮਿਲਿਆ ਏ, ਮਨੁੱਖਾ ਜਨਮ ਦੇ ਅੰਦਰ ਆਇਆ ਏ, ਪਰ ਤੇਰੀ ਕਰਤੂਤ ਮਨੁੱਖ ਦੇ ਕਰਮ ਵਾਲੀ ਨਹੀਂ। ਜਿਹੜੀ ਤੇਰੀ ਕਰਤੂਤ ਹੈ, ਜਿਹੜੇ ਤੇਰੇ ਕਰਮ ਨੇ, ਉਹ ਪਸ਼ੂਆਂ ਵਾਲੇ ਨੇ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਵਿਖਾਵੇ ਵਾਸਤੇ
ਲੋਕਾਂ ਨੂੰ ਵਿਖਾਉਣ ਵਾਸਤੇ ਤੇ ਤੂੰ ਬਾਹਰੀ ਭੇਖ ਧਾਰਨ ਕੀਤਾ ਏ। ਬੜੇ ਵਧੀਆ ਕਰਮ ਦਿਖਾ ਰਿਹਾ ਏ, ਪਰ ਕਹਿੰਦੇ ਅਸਲ ਕਰਤੂਤ ਤੇਰੇ ਕਰਮ ਅਸਲ ਜਿਹੜੇ ਨੇ ਉਹ ਚੰਗੇ ਨਹੀਂ। ਤੇਰੀ ਬਿਰਤੀ ਪਸ਼ੂ ਵਾਲੀ ਹੈ। ਜਾਂ ਸਾਹਿਬ ਇਸੇ ਹੀ ਬਾਣੀ ਦੇ ਅੰਦਰ ਅੱਗੇ ਮਿਹਰਮਤ ਵਰਤਾਉਂਦੇ ਕਹਿੰਦੇ ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਗੁਰੂ ਦੇ ਭਜਨ ਤੋਂ ਬਿਨਾ ਜਮਾਂ ਦਾ ਡੰਡ ਹੀ ਹੈ। ਜੇ ਮਾਲਕ ਦਾ ਭਜਨ ਨਹੀਂ ਹੈ ਤੇ ਉਹ ਤੋਂ ਬਿਨਾ ਕੀਤਾ ਗਿਆ ਕਰਮ ਤੇਰਾ ਜਿਹੜਾ ਹੈ ਉਹ ਮਾਰਗ ਤੋਂ ਕੁਮਾਰਗ ਵੱਲ ਲੈ ਜਾਵੇਗਾ। ਭਾਈ ਗੁਰਦਾਸ ਜੀ ਨੇ ਕਵਿਤ ਸਵਈਆਂ ਦੇ ਅੰਦਰ ਗੁਰਮੁਖ ਤੇ ਮਨਮੁਖ ਦੀ ਕਹਿ ਲਈਏ, ਜਾਂ ਗੁਰੂ ਦੇ ਸਨਮੁਖ ਰਹਿਣ ਵਾਲੇ ਤੇ ਗੁਰੂ ਤੋਂ ਬੇਮੁਖ ਰਹਿਣ ਵਾਲੇ ਦੀ ਗੱਲ ਕਰਦੇ ਆ, ਜਾਂ ਇਉਂ ਕਹਿ ਲਈਏ ਕਿ ਇੱਕ ਬੰਗਲੇ ਤੇ ਹੰਸ ਦੇ ਸੁਭਾਅ ਦੀ ਗੱਲ ਕਰਦੇ ਆ। ਕਵਿਤ ਸੋਈਆਂ ਦੇ ਅੰਦਰ ਉਦਾਹਰਨਾਂ ਦੇ ਕੇ ਸਮਝਾਇਆ ਏ। ਪਹਿਲੀ ਉਦਾਹਰਨ ਦਿੰਦੇ ਨੇ, ਕਹਿੰਦੇ ਨੇ ਕਿ ਜਿਵੇਂ ਖੰਡ ਹੈ ਤੇ ਆਟਾ ਹੈ। ਦੇਖਣ ਨੂੰ ਖੰਡ ਵੀ ਚਿੱਟੀ ਹੈ, ਆਟਾ ਵੀ ਚਿੱਟਾ ਹੈ, ਪਰ ਕਹਿੰਦੇ ਕਿ ਜਦੋਂ ਉਹਦੇ ਰਸ ਨੂੰ ਚਖਿਆ ਜਾਵੇਗਾ ਫਿਰ ਪਤਾ ਲੱਗਦਾ ਹੈ ਕਿ ਇਹ ਸਵਾਦ ਹੈ, ਇਹ ਫਿੱਕਾ ਹੈ। ਇਹ ਰਸਨਾ ਦੇ ਉੱਪਰ ਰੱਖਣ ਤੇ ਪਤਾ ਲੱਗੇਗਾ। ਕਹਿੰਦੇ ਦੇਖਣ ਨੂੰ ਦੋਨੋਂ ਹੀ ਸਫੈਦ ਨੇ, ਦੋਨੋਂ ਹੀ ਚਿੱਟੀਆਂ ਨੇ, ਖੰਡ ਵੀ ਚਿੱਟੀ ਹੈ ਤੇ ਆਟਾ ਵੀ ਚਿੱਟਾ ਹੈ, ਪਰ ਕਹਿੰਦੇ ਜਦੋਂ ਉਹਨੂੰ ਰਸਨਾ ਤੇ ਰੱਖਿਆ ਜਾਵੇਗਾ ਫਿਰ ਪਰਖ ਹੋਵੇਗੀ ਕਿ ਇਹ ਆਟਾ ਹੈ ਕਿ ਇਹ ਖੰਡ ਹੈ। ਖੰਡ ਬਰੀਕ ਵੀ ਆਉਂਦੀ ਹੈ। ਦੂਸਰੀ ਉਦਾਹਰਨ ਉਹਨਾਂ ਨੇ ਬੜੀ ਪਿਆਰੀ ਦਿੱਤੀ। ਕਹਿਣ ਲੱਗੇ ਸੋਨਾ ਤੇ ਪਿੱਤਲ, ਦੂਰੋਂ ਦੇਖਣ ਤੇ ਪਿੱਤਲ ਦਾ ਵੀ ਰੰਗ ਸੋਨੇ ਵਾਲਾ ਹੈ। ਦੂਰੋਂ ਦੇਖਣ ਤੇ ਪਿੱਤਲ ਤੇ ਸੋਨੇ ਦੇ ਵਿੱਚ ਕੋਈ ਫਰਕ ਨਹੀਂ ਹੈ, ਪਰ ਜਦੋਂ ਪਾਰਖੂ ਦੇ ਅੱਗੇ ਰੱਖਿਆ ਜਾਵੇਗਾ ਉਹ ਪਲ ਦੇ ਅੰਦਰ ਪਰਖ ਲਵੇਗਾ ਕਿ ਇਹਦੇ ਵਿੱਚ ਸੋਨਾ ਕਿਹੜਾ ਹੈ, ਇਹਦੇ ਵਿੱਚੋਂ ਪਿੱਤਲ ਕਿਹੜਾ ਹੈ। ਔਰ ਇਉਂ ਹੀ ਉਦਾਹਰਨ ਦਿੰਦਿਆਂ ਹੋਇਆਂ ਭਾਈ ਗੁਰਦਾਸ ਜੀ ਨੇ ਤੀਸਰੀ ਉਦਾਹਰਨ ਦਿੱਤੀ। ਕਹਿੰਦੇ ਕਾਂ ਤੇ ਕੋਇਲ, ਰੰਗ ਕਰਕੇ ਕਾਂ ਵੀ ਕਾਲਾ ਹੈ, ਰੰਗ ਕਰਕੇ ਕੋਇਲ ਵੀ ਕਾਲੀ ਹੈ, ਪਰ ਜਦੋਂ ਉਹ ਕਾਂ ਬੋਲਦਾ ਹੈ ਤੇ ਕੋਇਲ ਬੋਲਦੀ ਹੈ ਪਤਾ ਲੱਗ ਜਾਂਦਾ ਹੈ ਕਿ ਆਵਾਜ਼ ਦੇ ਵਿੱਚ ਰਸ ਕਿਸ ਦੇ ਹੈ। ਬਾਹਰੀ ਰੰਗ ਤੋਂ ਦੋਨੋਂ ਹੀ ਇੱਕ ਜਾਪਦੇ ਨੇ, ਔਰ ਬਾਹਰੀ ਰੰਗ ਤੋਂ ਹਰ ਇੱਕ ਜਿਹੜਾ ਹੈ ਉਹਨਾਂ ਦੀ ਪਰਖ ਨਹੀਂ ਕਰ ਪਾਵੇਗਾ। ਔਰ ਅਖੀਰ ਚੌਥੇ ਬੰਦ ਅੰਦਰ ਫਿਰ ਭਾਈ ਗੁਰਦਾਸ ਜੀ ਨੇ ਗੱਲ ਕੀਤੀ। ਕਹਿੰਦੇ ਇਸੇ ਤਰ੍ਹਾਂ ਹੀ ਭਾਈ ਚਿੱਟੇ ਕੱਪੜੇ ਪਾਉਣ ਦੇ ਨਾਲ ਹਰ ਇੱਕ ਜਿਹੜਾ ਹੈ ਉਹ ਸਾਧ ਲੱਗਦਾ ਏ, ਰੱਬੀ ਪੁਰਖ ਲੱਗਦਾ ਏ, ਪਰ ਕਹਿੰਦੇ ਜਦੋਂ ਉਹਦਾ ਆਚਾਰ ਦੇਖਿਆ ਜਾਂਦਾ ਏ, ਜਦੋਂ ਉਹਦਾ ਜੀਵਨ ਦੇਖਿਆ ਜਾਂਦਾ ਏ, ਜਦੋਂ ਪਾਵਨ ਬਾਣੀ ਦੇ ਮੁਤਾਬਕ ਕਿੰਨਾ ਕੁ ਚੱਲਦਾ ਏ, ਕਿੰਨਾ ਕੁ ਢਲਦਾ ਏ, ਕਿੰਨਾ ਕੁ ਬਾਣੀ ਦੇ ਅਨੁਸਾਰ ਜੀਵਨ ਬਤੀਤ ਕਰਦਾ, ਕਹਿੰਦੇ ਫਿਰ ਪਤਾ ਲੱਗਦਾ ਏ ਇਹ ਸਾਧ ਹੈ ਕਿ ਇਹ ਅਸਾਧ ਹੈ। ਕਹਿੰਦੇ ਕਰਤੂਤ ਤੋਂ ਪਤਾ ਲੱਗਦਾ ਏ ਕਿ ਜੀਵ ਜਿਹੜਾ ਹੈ ਉਹ ਕਿਸ ਮਾਰਗ ਨੂੰ ਚੱਲ ਰਿਹਾ ਹੈ। ਹਾਲਾਂਕਿ ਬੜੇ ਭਰਮ ਭੁਲੇਖੇ ਸਮਾਜ ਦੇ ਅੰਦਰ ਪਾਏ ਗਏ ਕਿ ਇਹਨਾਂ ਤਰੀਕਿਆਂ ਦੇ ਨਾਲ ਜੀਵ ਮੁਕਤ ਹੋ ਸਕਦਾ ਹੈ। ਕਈਆਂ ਨੇ ਇਹ ਕਿਹਾ ਹੈ ਕਿ ਘਰ-ਬਾਰ ਛੱਡ ਦਿਓ, ਤਿਆਗ ਦਿਓ, ਜੰਗਲਾਂ ਦੇ ਅੰਦਰ ਬੰਦਗੀ ਕਰੋ, ਤਪ ਕਰੋ,
ਤੁਸੀਂ ਮੁਕਤ ਹੋ ਜਾਵੋਗੇ। ਹਾਲਾਂਕਿ ਘਰ-ਬਾਰ ਤਿਆਗਣਾ ਔਰ ਜੰਗਲਾਂ ਦੇ ਅੰਦਰ ਸਰੀਰ ਨੂੰ ਨਿਰਬਲ ਕਰ ਲੈਣਾ ਕੋਈ ਆਮ ਮਨੁੱਖ ਦੇ ਵੀ ਵੱਸ ਦੀ ਗੱਲ ਨਹੀਂ। ਉਹਨਾਂ ਦੇ ਮਨ ਦੇ ਅੰਦਰ ਸੀ ਕਿ ਮੁਕਤੀ ਪ੍ਰਾਪਤ ਕਰਾਂਗੇ, ਮਾਲਕ ਦੀ ਪ੍ਰਾਪਤੀ ਹੋਵੇਗੀ, ਜਾਂ ਕਈਆਂ ਦੇ ਮਨਾਂ ਦੇ ਅੰਦਰ ਰਿੱਧੀਆਂ ਸਿੱਧੀਆਂ ਨੂੰ ਪ੍ਰਾਪਤ ਕਰਨ ਦਾ ਇੱਕ ਲਾਲਚ, ਜਿਸ ਲਾਲਚ ਵਸ ਹੋ ਕਰਕੇ ਉਹਨਾਂ ਨੇ ਘਰਾਂ ਦੇ ਤਿਆਗ ਕੀਤੇ। ਪਰ ਸਾਹਿਬ ਕਹਿੰਦੇ ਭਾਈ ਜਿਹੜੀ ਚੀਜ਼ ਛੱਡਣੀ ਸੀ ਉਹ ਨਹੀਂ ਛੱਡੀ, ਛੱਡ ਦਿੱਤੇ ਘਰ-ਬਾਰ, ਛੱਡ ਦਿੱਤਾ ਖਾਣ-ਪਾਣ, ਛੱਡ ਦਿੱਤਾ ਚੰਗਾ ਪਹਿਨਣਾ, ਗ੍ਰਸਥ ਮਾਰਗ ਨੂੰ ਤਿਆਗ ਦਿੱਤਾ। ਪਰ ਸਾਹਿਬ ਬਾਣੀ ਦੇ ਅੰਦਰ ਕਹਿੰਦੇ ਭਾਈ ਜਿਹੜੀ ਚੀਜ਼ ਛੱਡਣੀ ਸੀ ਉਹ ਤੇ ਛੱਡੀ ਨਹੀਂ। ਮਨ ਕੀ ਮਤ ਤਿਆਗੋ ਹਰ ਜਨ ਇਹਾ ਬਾਤ ਕਠਾਨੀ। ਕਹਿੰਦੇ ਬਾਕੀ ਤੇ ਸਭ ਕੁਝ ਤਿਆਗ ਦਿੱਤਾ, ਪਰ ਮਨ ਦੀ ਮਤ ਤੇ ਉਹੀ ਲੈ ਕੇ ਆ ਗਏ, ਉਹਨੂੰ ਤੇ ਤਿਆਗਿਆ ਹੀ ਨਹੀਂ। ਉਹਦੇ ਅੰਦਰ ਤੇ ਉਵੇਂ ਹੀ ਵਿਕਾਰ ਜਿਹੜੇ ਨੇ ਉਹ ਪ੍ਰਬਲ ਨੇ। ਜਿਹੜੀ ਮਤ ਨੂੰ ਤਿਆਗਣਾ ਸੀ ਉਹ ਤੂੰ ਤਿਆਗ ਨਹੀਂ ਪਾਇਆ। ਤੇ ਗੁਰੂ ਨਾਨਕ ਦਾ ਤੇ ਮਾਰਗ ਹੀ ਇਹ ਹੈ, ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਜਿੱਥੇ ਸਰੀਰਕ ਰੂਪ ਦੇ ਅੰਦਰ ਲੋੜ ਪੈਣ ਦੇ ਉੱਪਰ ਸਿਰ ਵੀ ਵਾਰਨ ਦੀ ਗੱਲ ਹੈ, ਉੱਥੇ ਅਧਿਆਤਮਿਕ ਤੌਰ ਤੇ ਵੀ ਸਾਹਿਬ ਪਾਤਸ਼ਾਹ ਜੀ ਕਹਿੰਦੇ ਕਿ ਜੇ ਇਸ ਮਾਰਗ ਤੇ ਚੱਲਣਾ ਹੀ ਤੇ ਪਹਿਲੋਂ ਸਿਰ ਅਰਪਣ ਭਾਵ ਆਪਣੀ ਮੱਤ ਤੈਨੂੰ ਇੱਥੇ ਅਰਪਣ ਕਰਨੀ ਪਵੇਗੀ। ਗੁਰੂ ਦੀ ਮੱਤ ਲੈ ਕੇ ਚੱਲੇਗਾ, ਫਿਰ ਇਹ ਮਾਰਗ ਦੇ ਉੱਪਰ ਤੂੰ ਚੱਲ ਸਕਦਾ ਹੈ। ਸਾਹਿਬ ਨੇ ਮਿਹਰਮਤ ਵਰਤਾਈ, ਕਹਿਣ ਲੱਗੇ ਬਿਨ ਕਰਤੂਤੀ ਮੁਕਤ ਨਾ ਪਾਈ ਹੈ। ਜੇ ਤੇਰੇ ਕਰਮ ਚੰਗੇ ਨਹੀਂ, ਜੇ ਨਾਮ ਸਿਮਰਨ ਬੰਦਗੀ ਨਹੀਂ ਕਰ ਰਿਹਾ ਤੇ ਮੁਕਤੀ ਕਿਵੇਂ ਪ੍ਰਾਪਤ ਕਰ ਲਵੇਂਗਾ। ਹਾਲਾਂਕਿ ਹਿੰਦੂ ਧਰਮ ਦੇ ਅੰਦਰ ਮੁਕਤੀ ਦਾ ਜਿਹੜਾ ਤਰੀਕਾ ਹੈ ਉਹ ਹੋਰ ਦੱਸਿਆ ਗਿਆ ਹੈ, ਪਰ ਗੁਰਮਤਿ ਨੇ, ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਨਿਰਮਲ ਪੰਥ ਚਲਾਇਆ ਹੈ, ਔਰ ਗੁਰੂ ਸਾਹਿਬਾਨਾਂ ਨੇ ਕਿਤੇ ਵੀ ਸਿਧਾਂਤ ਦੇ ਨਾਲ ਸਮਝੌਤਾ ਨਹੀਂ ਕੀਤਾ। ਉਹਨਾਂ ਨੇ ਕਰਮ ਕਾਂਡ ਨੂੰ ਜੜ ਤੋਂ ਹੀ ਖੰਡਿਆ ਹੈ, ਜੜ ਤੋਂ ਹੀ ਉਹਦਾ ਖੰਡਨ ਕੀਤਾ ਹੈ। ਭਾਵੇਂ ਕਿ ਸੀਨੇ ਬਸੀਨੇ ਉਹ ਕਰਮ ਕਾਂਡ ਸਾਡੇ ਅੰਦਰ ਆ ਰਹੇ ਨੇ, ਆਏ ਨੇ, ਔਰ ਇਉਂ ਉਹ ਘਰ ਕਰ ਗਏ ਨੇ ਕਿ ਉਹਨਾਂ ਨੂੰ ਤਿਆਗਣਾ ਇਉਂ ਲੱਗਦਾ ਹੈ ਕਿ ਜਿਵੇਂ ਅਸੀਂ ਆਪਣਾ ਸਿਧਾਂਤ ਛੱਡ ਰਹੇ ਹਾਂ। ਉਹ ਕਰਮ ਕਾਂਡ ਇਵੇਂ ਦੇ ਸਾਡੇ ਅੰਦਰ ਘਰ ਕਰ ਚੁੱਕੇ ਨੇ। ਮੈਂ ਉਦਾਹਰਨ ਦੇਵਾਂ, ਮੁਕਤੀ ਦੀ ਗੱਲ ਹੈ, ਜਿਨ੍ਹਾਂ ਦੇ ਧਰਮ ਦੇ ਅੰਦਰ, ਧਾਰਮਿਕ ਗ੍ਰੰਥਾਂ ਦੇ ਅੰਦਰ ਇਹ ਲਿਖਿਆ ਹੈ, ਉਹਨਾਂ ਨੂੰ ਮੁਬਾਰਕ। ਪਰ ਗੁਰੂ ਕੇ ਸਿੱਖ ਵਾਸਤੇ ਉਸ ਮਾਰਗ ਵੱਲ ਨੂੰ ਚੱਲਣਾ, ਇਹਦਾ ਸਿੱਧਾ ਮਤਲਬ ਹੈ ਕਿ ਗੁਰੂ का सिख अखबारिया है, पर गुरु की सिक्ख्या कमाई नहीं। क्योंकि गुरु की सिक्ख्या के अंदर वो कर्म कांड कदाचित भी नहीं जिहड़ा गुरु का सिख बन के असीं करदे हैं। मृतक प्राणी की मौत तो बाद एक बड़ा वड्डा जिहड़ा ये सीने बसीने ਅਸੀਂ ਕਰਮ ਕਾਂਡ ਕਰਦੇ ਹਾਂ, ਜਿਨ੍ਹਾਂ ਨੂੰ ਸ਼ਰਾਧ ਕਿਹਾ ਜਾਂਦਾ ਹੈ। ਪਿਛਲੇ ਦਿਨਾਂ ਅੰਦਰ ਵੀ ਉਹ ਬਹੁਤ ਜਿਹੜੇ ਨੇ ਉਹ ਕੀਤੇ ਗਏ। ਖਿਆਲ ਕਰਨਾ, ਜਦੋਂ ਨੁਕਤਾ ਸਮਝ ਆ ਗਿਆ, ਗੁਰਮਤਿ ਦਾ ਨਜ਼ਰੀਆ ਸਮਝ ਆ ਗਿਆ, ਆਪਣੇ ਆਪ ਇਹ ਚੀਜ਼ ਦੂਰ ਹੋ ਜਾਂਦੀ ਹੈ। ਅਸਲ ਅੰਦਰ ਸ਼ਰਾਧਾਂ ਵੱਲ ਨੂੰ ਜਾਣਾ, ਵਰੀਣਾ ਕਰਾਉਣਾ, ਇਹ ਗੁਰਮਤਿ ਦਾ ਮਾਰਗ ਹੀ ਨਹੀਂ ਸੀ। ਹਿੰਦੂ ਧਰਮ ਦੇ ਅੰਦਰ 6 ਸ਼ਾਸਤਰ, 4 ਵੇਦ, 27 ਸਿਮਰਤੀਆਂ, 18 ਪੁਰਾਨ, ਇਹ ਉਹਨਾਂ ਦੇ ਧਾਰਮਿਕ ਗ੍ਰੰਥ ਨੇ।
18 ਪੁਰਾਣਾਂ ਦੇ ਵਿੱਚੋਂ ਇੱਕ ਪੁਰਾਣ ਦਾ ਨਾਮ ਹੈ ਗਰੁੜ। ਉਹ ਜਿਹੜਾ ਗਰੁੜ ਪੁਰਾਣ ਹੈ, ਉਸ ਗਰੁੜ ਪੁਰਾਣ ਦੇ ਅੰਦਰ ਇਹ ਜ਼ਿਕਰ ਕੀਤਾ ਗਿਆ ਹੈ ਕਿ ਜਦੋਂ ਮ੍ਰਿਤਕ ਪ੍ਰਾਣੀ ਦੀ ਮੌਤ ਹੋ ਜਾਂਦੀ ਹੈ, ਉਹਦੀ ਮੌਤ ਤੋਂ ਬਾਅਦ 46,000 ਯੋਜਨ ਦਾ ਵਿਖੜਾ ਸਮਾਂ ਪਰਲੋਕ ਤੱਕ ਪਹੁੰਚਣ ਦਾ ਹੈ। 46,000 ਇੱਕ ਯੋਜਨ ਦੇ ਅੰਦਰ 4 ਕੁ ਆਉਂਦੇ ਨੇ। ਔਰ 46,000 ਯੋਜਨ ਦਾ ਕਹਿੰਦੇ ਕਿ ਵਿਖੜਾ ਲੰਮਾ ਸਮਾਂ ਹੈ, ਜਿਹਦੇ ਅੰਦਰ ਬਰਸਾਤਾਂ ਵੀ ਹੁੰਦੀਆਂ ਹੈ, ਧੁੱਪ ਵੀ ਆਉਂਦੀ ਹੈ, ਹਰ ਇੱਕ ਤਰ੍ਹਾਂ ਦਾ ਮੌਸਮ ਆਉਂਦਾ ਹੈ, ਜਿਹਦੇ ਵਿੱਚ ਬੜੇ ਦੁੱਖ ਸਹਾਰਨੇ ਪੈਂਦੇ ਨੇ। ਇਵੇਂ ਦਾ ਉਹ ਇੰਨਾ ਲੰਮਾ ਸਫ਼ਰ, ਔਰ ਇੰਨੇ ਲੰਮੇ ਸਫ਼ਰ ਨੂੰ ਤੈਅ ਕਰਦੇ ਆ, ਜਿੱਥੇ ਦਿਨ ਆਉਣੀ, ਰਾਤ ਆਉਣੀ, ਬਰਸਾਤਾਂ ਆਉਣੀਆਂ, ਠੰਡ ਆਉਣੀ, ਗਰਮੀ ਆਉਣੀ, ਦੁੱਖ ਆਉਣੇ। ਉਹਦੇ ਨਾਲ ਨਾਲ ਗਰੁੜ ਪੁਰਾਣ ਦੇ ਅੰਦਰ ਲਿਖਿਆ ਹੈ ਕਿ ਇਹ ਇੰਨੇ ਸਫ਼ਰ ਨੂੰ ਤੈਅ ਕਰਦੇ ਆ 360 ਦਿਨ ਲੱਗਦੇ ਨੇ। ਔਰ ਇਹ ਸਫ਼ੇ ਦੌਰਾਨ ਜਦੋਂ ਬਰਸਾਤਾਂ ਹੁੰਦੀਆਂ ਹੈ, ਗਰਮੀ ਆਉਂਦੀ ਹੈ, ਸਰਦੀ ਆਉਂਦੀ ਹੈ, ਤੇ ਉਸ ਸਫ਼ਰ ਦੌਰਾਨ ਮ੍ਰਿਤਕ ਪ੍ਰਾਣੀ ਤੱਕ ਬਰਸਾਤ ਤੋਂ ਬਚਣ ਲਈ, ਗਰਮੀ ਤੋਂ ਬਚਣ ਲਈ, ਸਰਦੀ ਤੋਂ ਬਚਣ ਲਈ ਭੋਜਨ ਵਾਸਤੇ ਇਹ ਗਰੁੜ ਪੁਰਾਣ ਦੇ ਅੰਦਰ ਲਿਖਿਆ ਹੈ ਕਿ ਬ੍ਰਾਹਮਣ ਨੂੰ ਤੁਸੀਂ ਛਤੜੀ ਵੀ ਦੇਣੀ ਹੈ, ਬ੍ਰਾਹਮਣ ਨੂੰ ਜੁੱਤੀ ਵੀ ਦੇਣੀ ਹੈ, ਕੱਪੜੇ ਵੀ ਦੇਣੇ ਹੈ, ਬਰਤਨ ਵੀ ਦੇਣੇ ਆ ਤੇ ਭੋਜਨ ਵੀ ਦੇਣਾ ਹੈ, ਤਾਂ ਕਿ ਇਹਦੇ ਥਰੂ ਜਿਹੜਾ ਹੈ ਮ੍ਰਿਤਕ ਪ੍ਰਾਣੀ ਤੱਕ ਪਹੁੰਚ ਸਕੇ। ਤੇ ਉਹਦਾ ਜਿਹੜਾ ਸਫ਼ਰ ਹੈ 360 ਦਿਨ ਦਾ, ਉਹ ਸੌਖਾ ਹੋ ਜਾਵੇਗਾ। ਖਿਆਲ ਕਰਨਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਕਿਤੇ ਵੀ ਇਹ ਮਰਿਆਦਾ, ਇਹ ਜ਼ਿਕਰ ਨਹੀਂ ਕਿਸੇ ਸ਼ਬਦ ਦੇ ਅੰਦਰ ਗੁਰੂ ਨੇ ਦ੍ਰਿੜ ਕਰਵਾਇਆ ਹੋਵੇ ਕਿ ਨਹੀਂ ਗੁਰੂ ਕੇ ਸਿੱਖ ਨੇ ਇਵੇਂ ਕਰਨਾ ਹੈ। ਇਹ ਗਰੁੜ ਪੁਰਾਣ ਗ੍ਰੰਥ ਦੇ ਅੰਦਰ ਹੈ। ਕਹਿੰਦੇ 365 ਦਿਨ ਤੱਕ, 360 ਦਿਨ ਤੱਕ, ਔਰ ਅੰਤ ਸਮੇਂ ਜਿਹੜਾ ਅੰਤਲਾ ਸਮਾਂ ਹੈ, ਉਦੋਂ ਇੱਕ 550 ਮੀਲ ਦੀ ਚੌੜੀ ਜਿਹੜੀ ਹੈ ਉਹ ਗੰਦਗੀ ਦੀ, ਮਿੱਝ ਦੀ, ਵਿਸਟਾ ਦੀ, ਖੂਨ ਦੇ ਭਰੀ ਹੋਈ ਨਦੀ ਮਿਲੇਗੀ, ਜਿਹਨੂੰ ਪਾਰ ਕਰਨਾ ਹੈ। ਔਰ ਤਾਂ ਕਰਕੇ 11ਵੇਂ ਮਹੀਨੇ ਦੇ ਅੰਦਰ ਵਰੀਣਾ ਕਰਾਇਆ ਜਾਂਦਾ ਹੈ। ਔਰ ਇਹ ਗਰੁੜ ਪੁਰਾਣ ਗ੍ਰੰਥ ਦੀ ਅੰਦਰ ਜ਼ਿਕਰ ਹੈ ਕਿ ਜੇ ਤੇ ਉਸ ਸਮੇਂ ਅਖੀਰਲੇ ਦਿਨਾਂ ਦੇ ਅੰਦਰ, ਭਾਵ 11ਵੇਂ ਮਹੀਨੇ ਦੇ ਅੰਦਰ ਮ੍ਰਿਤਕ ਪ੍ਰਾਣੀ ਜੇ ਉਹਨੂੰ ਪਿੱਤਰ ਲੋਕ ਦੇ ਅੰਦਰ ਭੇਜਣਾ ਹੈ, ਉਹ ਨਦੀ ਪਾਰ ਕਰਾਉਣੀ ਹੈ, ਤੇ ਫਿਰ ਬਾਹਮਣ ਨੂੰ ਗਾਂ ਭੇਟ ਕੀਤੀ ਜਾਵੇ, ਜਿਹਦੀ ਪੂਛ ਨੂੰ ਪਕੜ ਕੇ ਉਹ ਨਦੀ ਨੂੰ ਪਾਰ ਕਰ ਸਕਦਾ ਹੈ, ਜਿਹੜੀ ਮਿੱਝ ਦੀ, ਜਿਹੜੀ ਵਿਸਟਾ ਦੀ, ਜਿਹੜੀ ਗੰਦਗੀ ਦੀ, ਲਹੂ ਇਤਆਦ ਦੀ ਬਣੀ ਹੋਈ ਹੈ। ਤੇ ਕਹਿੰਦੇ ਜਿਹੜੇ ਫਿਰ 11ਵੇਂ ਮਹੀਨੇ ਦੇ ਅੰਦਰ ਵਰੀਣਾ ਨਹੀਂ ਕਰਾਉਂਦੇ, ਉਹਨਾਂ ਦੇ ਪਿੱਤਰ ਲੋਕ ਜਿਹੜੇ ਨੇ, ਕਿਉਂਕਿ ਵਰੀਣਾ ਨਹੀਂ ਕਰਾਇਆ, ਉਹ ਜਿਹੜਾ ਮ੍ਰਿਤਕ ਪ੍ਰਾਣੀ ਹੈ ਉਹ ਤੋਂ ਨਦੀ ਪਾਰ ਨਹੀਂ ਹੋਈ, ਉਹਦੇ ਵਿੱਚ ਹੀ ਜਿਹੜਾ ਏ ਉਹ ਡੁੱਬਦਾ ਹੈ। ਪਿੱਤਰ ਲੋਕ ਨਿਰਾਸ਼ ਹੋ ਕੇ ਚਲੇ ਜਾਂਦੇ ਨੇ, ਵੱਡ ਵਡੇਰੇ ਉਹਨਾਂ ਦੇ ਦਰਵਾਜ਼ੇ ਬੰਦ ਕਰ ਲੈਂਦੇ ਨੇ। ਫਿਰ ਉਹ ਵਾਪਸ ਆਉਂਦਾ ਏ, ਦੁਖੀ ਹੁੰਦਾ ਏ, ਤੇ ਫਿਰ ਉਹ ਗੁੱਸੇ ਦੇ ਅੰਦਰ ਆ ਕੇ ਤੇ ਪਿਛਲੇ ਪਰਿਵਾਰ ਨੂੰ ਤੰਗ ਕਰਦਾ ਏ। ਇਵੇਂ ਦਾ ਉਹਨਾਂ ਨੇ ਆਪਣੇ ਗ੍ਰੰਥਾਂ ਦੇ ਅੰਦਰ ਜ਼ਿਕਰ ਕੀਤਾ ਏ, ਜਿਹਦੇ ਨਾਲ ਜਿਹੜਾ ਵਰਜੀ ਬੰਦਾ ਜਿਹੜਾ ਏ ਉਹ ਆਤਮਿਕ ਬਲ ਵਾਲਾ ਏ, ਜਦੋਂ ਇਵੇਂ ਦਾ ਉਹਨੂੰ ਪਰੋਸ ਕੇ ਸਾਹਮਣੇ ਮਟੀਰੀਅਲ ਰੱਖਿਆ ਜਾਂਦਾ, ਉਹ ਡੋਲ ਜਾਂਦਾ ਏ ਕਿ ਜੇ ਸੱਚਮੁੱਚ ਹੀ ਇਵੇਂ ਹੋਇਆ, ਸਾਡੇ ਪਰਿਵਾਰ ਦੇ ਅੰਦਰ ਦੁੱਖ ਆਵੇਗਾ, ਆਤਮਾ ਜਿਹੜੀ ਹੈ ਤੰਗ ਕਰੇਗੀ। ਤੇ ਸਭਨਾ ਵੱਲ ਵੇਖ ਕੇ ਜਿਹੜੇ ਨੇ ਉਹ ਸਾਰੇ ਇਹ ਕਰਮ ਕਰਦੇ ਨੇ। ਜਿਨ੍ਹਾਂ ਦਾ ਇਹ ਕਰਮ ਹੈ ਉਹਨਾਂ ਨੂੰ ਮੁਬਾਰਕ, ਜਿਨ੍ਹਾਂ ਦੇ ਧਰਮ ਦੇ ਅੰਦਰ ਉਹਨਾਂ ਨੂੰ ਮੁਬਾਰਕ,
पर ख्याल करना गुरु के सिख वास्ते जिमें मुसलमान वास्ते मक्के परे उजाड़ है, गुरु के सिख वास्ते ते गुरु का शब्द, गुरु के सिद्धांत ने, गुरु की बाणी तो सेध लेनी है। इस तो बिना गुरु के सिख वास्ते होर कुछ भी नहीं। ते साहिब कहते जागत जोत जपै निसबासुर, एक बिना मन नैक न आनै, पूर्ण प्रेम प्रतीत सजै ब्रत, गोड़ मड़ी मठ भूल न मानै। भुल के भी साहिब कहते गुरु के सिख ने मड़ियां मसीतां इत आदि कर्मां कांडां वाल नहीं जाना। गुरु के सिख वास्ते ये कर्म नहीं, ये जिन्हां दे हन वो करन। गुरु के सिख वास्ते ते साहिब कहते भाई जीवन मुक्त सुआखी है, जिस विचों होमै जाए। गुरमत ने तो मरण तो बाद मुक्ति नूं प्रवान ही नहीं किया। साहिब धन गुरु अर्जन पातशाह महाराज जी ने ते भगत नामदेव की बाणी नूं जदों दर्ज किया, उहदे अंदर पावने शब्द जिन्हों दर्ज किया, जिहदे अंदर भगत नामदेव जी कहते मुए हुए जो मुक्त दोगे मुक्त ना जाने कोयला। भगत नामदेव जी कहते आ मालक जे मैनू मरण तो बाद मुक्ति मिलनी है तो मैनू उहदा की लाभ, मैनू ते जीवदियां जीव मुक्त कर। विकार जिहड़े ने मेरे उपर जिन्हां ने प्रभाव पाया, मैनू इन्हां तो मुक्त कर, मैनू इन्हां तो खलासी बख्शिश कर, मेरे कर्म चंगी होवन। जिवें साहिब कहते बिन करतूती मुक्त ना पाई है, मुक्ति मालक दे नाम तो बिना नहीं, मुक्ति मालक दे सिमरन तो बिना नहीं। होर कीते हुए कर्म कांड जिहड़े ने उन्हां दा कोई लाभ नहीं। जे जीवन नूं मुक्त करना है तो साहिब कहते भाई मालक दे नाम दे नाल जीवन मुक्त हुंदा है। साहिब धन गुरु अमरदास महाराज ने बख्शिश की, कहते बिन गुर मुक्त ना पाई है, ना दुबिधा माया जाए। साहिब ने पहलों पावन बाणी के अंदर धन गुरु नानक महाराज जी का जिहड़ा आपां ने शब्द पढ़िया, जीवन मुक्त सुआखी है जिस विचों हौमै जाए। कहते जीवन मुक्त वो जानदा जिहदे विचों हौमै चली गई। कहते फिर हौमै जांदी किवें है? कहते बिन गुर मुक्त ना पाई है, ना दुबदा माया जाए। कहते दुबदा रूपी हौमे रूपी जिहड़ी माया है ये गुरु तो बिना नहीं जाती। गुरु के प्यारियां पुरख रब्बी पुरुषों के संग तो बिना, गुरु की संगत तो बिना दुविधा दूर नहीं हुंदी। दुविधा मालक दे नाम दे नाल दूर हुंदी है। हुक्म दे अंदर दुविधा दा कर्म कांड भरम जिहड़ा है ये खत्म हुंदा है। नाम तो बिना मुक्ति नहीं, मुक्त पदार्थ नाम ध्याई है। साहिब ने धन गुरु अर्जन पातशाह ने बख्शिश की, कहते भाई जे मुक्ति रूपी पदार्थ नूं प्राप्त करना ही ते की कर? कहते नाम ध्याई है, मालक दा नाम ध्याया कर, उन्होंने याद करिया कर, उदा सिमरन करिया कर, उदा शुकराना करिया कर कि सतगुरु ये जड़े सवास बख्शे ने ये भी तू बख्शे ने, ते तेरे बख्शी हुए सवास ये तेरी कृपा दे नाल ही चल रहे ने। परमपिता दे अंदर साहिब ने बख्शिश की, जो कर्म कांड उस समय और अज दे समय भी हो रहा। हुण मुक्ति दे जड़े रस्ते वो ब्राह्मण ने जड़े ने वो आपदे ही उलिके सन। धोती खोल विछाए हेठ गर्त बवांगू लाहे पेट। कहते ब्राह्मण अपने जजमान दे घर जाता है, उहदे घर अपनी धोती नूं हेठां विछा उपर बैठदा है और कहते कि गर्तब गर्तब तो भाव खोता, कहते खोते दे वांगरां पशु दे वांगरां फिर पेट भरदा है।
पेट भर भर खांदा है और उन्हां नूं धार्मिक तौर ते कहंदा है कि जे तुसीं मेरी सेवा करोगे तो तुहाडे जिहड़े प्राणी ने उन्हां नूं ये सब कुछ मिलेगा, उन्हां नूं मुक्ति भी मिलेगी, वो मोक्ष नूं भी प्राप्त होणगे। ख्याल करना है, ये गुरु की पावन बाणी दे बचन ने। सतगुरु बाणी दे अंदर ये बख्शिश कर रहे ने, कहंदे भाई इन्हां तरीकिਆਂ ਦੇ ਨਾਲ मुक्ति नहीं मिलती। ਧੋਤੀ खोल विछाए हेठ गर्त बवांगू लाहे पेट। ਕਹਿੰਦੇ ਬਾਹਮਣ ਜਾਂਦਾ ਤੇ ਹੈ ਜਜਮਾਨ ਦੇ ਘਰ, ਉਹਨੂੰ ਧਾਰਮਿਕ ਤੌਰ ਤੇ ਜਿਹੜਾ ਏ ਉਹ ਟੌਰਚਰ ਕਰਦਾ ਏ, ਉਹਨੂੰ ਆਪਣੇ ਅਧੀਨ ਕਰ ਲੈਂਦਾ ਏ ਜੀ। ਇਹ ਸੇਵਾ ਕਰੇਗਾ ਤੇਰੇ ਪਿੱਤਰ ਲੋਕ ਜਿਹੜੇ ਨੇ, ਤੇਰੇ ਵੱਡ ਵਡੇਰੇ ਨੇ, ਉਹਨਾਂ ਨੂੰ ਮੈਂ ਮੁਕਤ ਕਰ ਦੇਵਾਂਗਾ। ਪਰ ਗੁਰੂ ਨਾਨਕ, ਪੰਜਵੇਂ ਨਾਨਕ ਧੰਨ ਗੁਰੂ ਅਰਜਨ ਪਾਤਸ਼ਾਹ ਦੇ ਬੋਲ ਕਹਿੰਦੇ ਖਾਂਦਾ ਸਭ ਕੁਝ ਹੈ, ਪਸ਼ੂ ਦੇ ਵਾਂਗਰਾਂ ਪੇਟ ਭਰ ਲੈਂਦਾ ਏ, ਪਰ ਕਹਿੰਦੇ ਮੁਕਤ ਕਰਨ ਦੀ ਜਾਂ ਕਰਾਉਣ ਦੀ ਇਹਦੇ ਕੋਲ ਤਾਕਤ ਨਹੀਂ। ਛੁਰੀ ਕਾਢ ਲੇਵੈ ਹੱਥ, ਸਾਹਿਬ ਨੇ ਬਚਨ ਕੀਤੇ, ਕਹਿੰਦੇ ਪੂਜਾ ਤਿਲਕ ਕਰਤ ਇਸ਼ਨਾਨਾ, ਛੁਰੀ ਕਾਢ ਲੇਵੇ ਹੱਥ ਦਾਨਾ। ਇਹਦਾ ਕਰਮ ਕੀ ਹੈ? ਇਹ ਇਸ਼ਨਾਨ ਕਰਦਾ ਏ, ਤਿਲਕ ਲਾਉਂਦਾ ਏ, ਪੂਜਾ ਕਰਦਾ ਏ, ਬਾਹਰੀ ਤੌਰ ਤੇ ਬੜਾ ਧਾਰਮਿਕ ਪਹਿਰਾਵਾ ਏ। ਪਰ ਜਿਵੇਂ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਆਸਾ ਕੀ ਵਾਰ ਪਾਵਨ ਬਾਣੀ ਦੇ ਅੰਦਰ ਬਚਨ ਕੀਤੇ ਨਾ, ਮਾਨਸ ਖਾਣੇ ਕਰੇ ਨਿਵਾਜ ਛੁਰੀ ਵਗਾਇਨ, ਤਿੰਨ ਗਲ ਤਾਗ ਤਿੰਨ ਕਰ ਬ੍ਰਾਹਮਣ ਪੂਰਾ ਨਾਦ, ਉਹਨਾਂ ਪਿਆਵੈ ਉਹੀ ਸਾਧ, ਕੂੜੀ ਰਾਸ ਕੂੜਾ ਵਪਾਰ, ਕੂੜ ਬੋਲ ਕਰੇ ਆਹਾਰ। ਝੂਠ ਬੋਲ ਕੇ ਆਹਾਰ ਭੋਜਨ ਖਾਂਦਾ ਏ। ਇੱਕ ਮੁਸਲਮਾਨ ਕਾਜੀ, ਉਹਨਾਂ ਦੇ ਥੱਲੇ ਮੁਨਸ਼ੀ, ਔਰ ਇਸ ਤਰੀਕੇ ਦੇ ਨਾਲ ਮੁਨਸ਼ੀਆਂ ਦੇ ਥੱਲੇ ਇਹ ਬਾਹਮਣ, ਕਹਿੰਦੇ ਕਿ ਧਾਰਮਿਕ ਪਹਿਰਾਵਾ ਪਹਿਨ ਕਰਕੇ ਉਹਨਾਂ ਨੂੰ ਧਾਰਮਿਕ ਤੌਰ ਤੇ ਕਹਿੰਦਾ ਹੈ ਕਿ ਜੇ ਐਵੇਂ ਕੀਤਾ ਜਾਵੇਗਾ ਤੇ ਤੁਸੀਂ ਜਿਹੜਾ ਇਹ ਮੁਕਤੀ ਪ੍ਰਾਪਤ ਕਰ ਸਕਦੇ ਹੋ। ਜੇ ਇਹ ਸੇਵਾਵਾਂ ਕਰੋਗੇ ਤੇ ਇਹ ਸਾਰੀਆਂ ਮ੍ਰਿਤਕ ਪ੍ਰਾਣੀ ਨੂੰ ਮਿਲਣਗੀਆਂ। ਸਾਹਿਬ ਕਹਿੰਦੇ ਭਾਈ ਇਹਨਾਂ ਕਰਮ ਕਾਂਡਾਂ, ਇਹਨਾਂ ਤਰੀਕਿਆਂ ਦੇ ਨਾਲ ਕਦੇ ਵੀ ਮੁਕਤੀ ਨਹੀਂ ਮਿਲਦੀ। ਮੁਕਤੀ ਜਿਹੜੀ ਹੈ ਉਹ ਜੀਵ ਦੇ ਆਪਣੇ ਹੱਥ ਹੈ। ਜਨ ਆਵਨ ਕਾ ਇਹ ਸੁਆਉ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਕਹਿੰਦੇ ਜਿਹੜੇ ਜਨ ਨੇ ਇੱਥੇ ਆਉਣ ਦਾ ਮਤਲਬ ਸਮਝ ਲਿਆ ਔਰ ਉਹ ਜਨਾਂ ਦੇ ਸੰਗ ਵੱਲ ਚਲਿਆ ਗਿਆ, ਜਿਹੜਾ ਸੰਗ ਔਰ ਜਿਹੜੇ ਜਨ ਮਾਲਕ ਦੀ ਇਬਾਦਤ ਦੇ ਵੱਲ ਜੁੜੇ ਨੇ, ਸੱਚ ਬੰਦਗੀ ਦੇ ਨਾਲ ਜੁੜਦੇ ਨੇ, ਉਹਦਾ ਸ਼ੁਕਰਾਨਾ ਕਰਦੇ ਨੇ, ਦੁੱਖ ਅੰਦਰ ਵੀ ਸੁੱਖ ਅੰਦਰ ਵੀ। ਕਹਿੰਦੇ ਜਿਹੜੇ ਜਨ ਉਹਨਾਂ ਮੁਕਤ ਪਿਆਰਿਆਂ ਦੇ ਵੱਲ ਨੂੰ ਚੱਲ ਜਾਂਦੇ ਨੇ, ਜਿਹੜੇ ਜਨ ਆਪ ਵੀ ਮੁਕਤ ਨੇ, ਹੋਰਾਂ ਨੂੰ ਵੀ ਮੁਕਤ ਕਰਨ ਹਾਰੇ ਨੇ, ਜਿਹੜੇ ਉਹਨਾਂ ਪਿਆਰਿਆਂ ਦੀ ਸੰਗਤ ਵੱਲ ਚਲੇ ਜਾਂਦੇ ਨੇ, ਉਹਨਾਂ ਦਾ ਸੰਗ ਕਰਨ ਦੇ ਨਾਲ ਜੀਵਨ ਮੁਕਤ ਵਿਕਾਰਾਂ ਤੋਂ ਖਲਾਸੀ ਮਿਲਦੀ ਹੈ। ਪਰ ਕਹਿੰਦੇ ਉਸ ਡਾਢੀ ਮਾਰਗ ਰਾਹ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਜਿਹਦੇ ਨਾਲ ਮੁਕਤੀ ਮਿਲੇ। ਬਾਹਮਣ ਨੇ ਬੜਾ ਅੱਜ ਦੇ ਸਮੇਂ ਅੰਦਰ, ਕੇਵਲ ਉਸ ਸਮੇਂ ਅੰਦਰ ਜੋ ਨਾਮ ਪ੍ਰਚਲਿਤ ਔਰ ਜੋ ਉਹਨਾਂ ਦੇ ਕਰਮ ਪ੍ਰਚਲਿਤ ਗੁਰੂ ਨੇ ਉਹਨਾਂ ਦਾ ਜ਼ਿਕਰ ਕੀਤਾ। ਪਰ ਅੱਜ ਦੇ ਸਮੇਂ ਦੇ ਅੰਦਰ ਵੀ ਜਿਹੜਾ ਹੈ ਜੀਵ, ਭਾਵੇਂ ਕਿ ਉਹ ਧਾਰਮਿਕ ਆਗੂ ਕਿਸੇ ਵੀ ਧਰਮ ਦਾ ਹੈ, ਧੰਨ ਗੁਰੂ ਨਾਨਕ ਮਹਾਰਾਜ ਨੇ ਉਦੋਂ ਤੇ ਜ਼ਿਕਰ ਕੀਤਾ ਕਿ ਕਾਦੀ ਕੂੜ ਬੋਲ ਮਲ ਖਾਏ ਕਾਜੀ, ਝੂਠੇ ਫਤਵੇ ਤਿਆਰ ਕਰ ਦਿੰਦਾ ਏ।
ਹਕੂਮਤ ਨੂੰ ਖੁਸ਼ ਕਰਨ ਵਾਸਤੇ ਉਹ ਹਰ ਨੀਚ ਤੋਂ ਨੀਚ ਕਰਮ ਵੀ ਕਰ ਦਿੰਦਾ ਹੈ, ਪਰ ਬਾਹਰੀ ਪਹਿਰਾਵਾ ਧਾਰਮਿਕ ਹੈ, ਕਹਿਣ ਨੂੰ ਕਾਜੀ ਹੈ, ਮੁੱਲਾ ਹੈ। ਕਹਿੰਦੇ ਬਾਹਮਣ ਨਹਾਵੇ ਜੀਆਂ ਘਾਏ, ਤੇ ਬਾਹਮਣ ਹਕੂਮਤ ਦੇ ਅਧੀਨ ਰਹਿ ਧਾਰਮਿਕ ਤੌਰ ਤੇ ਜੀਆਂ ਦਾ ਘਾਣ ਕਰਦਾ ਏ, ਉਹਨਾਂ ਨੂੰ ਕਰਮ ਕਾਂਡਾਂ ਵੱਲ ਧੱਸ ਰਿਹਾ ਏ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕੀਤੇ, ਕਹਿੰਦੇ ਇਹ ਬਾਹਮਣ ਦਾ ਸੁਭਾਅ ਜਿਹੜਾ ਏ, ਜਿਹੜਾ ਉਹਨੇ ਅਪਣਾ ਲਿਆ ਏ, ਇਹ ਉਹਦਾ ਇਨਸਾਫ ਵਾਲਾ ਨਹੀਂ ਹੈ। ਕਿਉਂਕਿ ਵੇਦਾਂ ਮੈਂ ਨਾਮ ਉੱਤਮ ਸੋ ਸੁਨੇ ਨਾਹੀ, ਫਿਰੇ ਜੋ ਬੇਤਾਲਿਆ। ਵੇਦਾਂ ਦੇ ਅੰਦਰ ਕੇਵਲ ਜਗ ਹਵਨ ਹੀ ਨਹੀਂ, ਉਹਦੇ ਅੰਦਰ ਨਾਮ ਦੀ ਵੀ ਗੱਲ ਹੈ। ਪਰ ਬਾਹਮਣ ਕੇਵਲ ਤੇ ਕੇਵਲ ਜਗ ਕਰਨ ਬਾਰੇ, ਹਵਨ ਕਰਨ ਬਾਰੇ ਜਿਹੜਾ ਹੈ ਆਪਣੇ ਜਜਮਾਨਾਂ ਨੂੰ ਉਕਸਾਉਂਦਾ ਏ, ਉਹਨਾਂ ਨੂੰ ਉਸ ਮਾਰਗ ਵੱਲ ਧਕੇਲ ਰਿਹਾ ਏ ਜਿਹੜਾ ਮਾਰਗ ਹੀ ਕਿਸੇ ਬੰਦੇ ਨਹੀਂ ਜਾਂਦਾ। ਤਾਂ ਕਰ ਸਾਹਿਬ ਜੀ ਨੇ ਮਿਹਰਮਤ ਵਰਤਾਈ, ਕਹਿੰਦੇ ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਾਵੇ ਜੀਆਂ ਘਾਏ। ਜੋਗੀ ਜੁਗਤ ਨ ਜਾਣੇ, ਅੰਧ ਤੀਨੇ ਉਜਾੜੇ ਕਾ ਬੰਦ। ਕਹਿੰਦੇ ਇਹ ਜਿਹੜੇ ਧਾਰਮਿਕ ਪਹਿਰਾਵੇ ਦੇ ਅੰਦਰ ਧਾਰਮਿਕ ਸਿਧਾਂਤਾਂ ਤੋਂ ਉਲਟ, ਭਾਵੇਂ ਉਹ ਕਿਸੇ ਵੀ ਧਰਮ ਦੇ ਪੈਰੋਕਾਰ ਨੇ, ਜਦੋਂ ਜੀਵ ਨੂੰ ਕਰਮ ਕਾਂਡਾਂ ਵੱਲ ਧਕੇਲਦੇ ਨੇ, ਉਹ ਜੀਵਾਂ ਦੇ ਨਾਲ ਘਾਣ ਕਰਦੇ ਨੇ, ਉਹ ਜੀਵਾਂ ਦੇ ਨਾਲ ਕੁਕਰਮ ਕਰਦੇ ਨੇ, ਤੇ ਸਾਹਿਬ ਕਹਿੰਦੇ ਉਹਨਾਂ ਨੂੰ ਵੀ ਕਦੇ ਬਖਸ਼ਿਆ ਨਹੀਂ ਜਾਵੇਗਾ। ਪਰ ਸਤਿਗੁਰਾਂ ਜੀ ਨੇ ਬਾਣੀ ਦੇ ਅੰਦਰ ਬੜੀ ਉੱਚੀ ਸੁਰ ਦੇ ਅੰਦਰ ਕਰਮ ਕਾਂਡਾਂ ਦਾ ਖੰਡਨ ਕੀਤਾ। ਔਰ ਜਿੱਥੇ ਮੁਕਤੀ ਦੀ ਗੱਲ, ਜਿੱਥੇ ਪਿੱਤਰਾਂ ਦੀ ਗੱਲ, ਔਰ ਪਿੱਤਰਾਂ ਦੇ ਦੁਆਰਾ ਜਾਂ ਵੱਡ ਵਡੇਰਿਆਂ ਨੂੰ ਮੁਕਤੀ ਵਾਸਤੇ ਇੱਥੇ ਸੰਸਾਰ ਦੇ ਅੰਦਰ ਇਹ ਕਰਮ ਕੀਤੇ ਜਾਣ ਤੇ ਮੁਕਤ ਹੋ ਸਕਦਾ, ਉਹਨਾਂ ਦਾ ਗੁਰੂ ਸਾਹਿਬਾਨਾਂ ਨੇ, ਭਗਤ ਸਾਹਿਬਾਨਾਂ ਨੇ ਖੰਡਨ ਕੀਤਾ। ਬਾਬਾ ਕਬੀਰ ਜੀ ਨੇ ਤੇ ਇੱਥੋਂ ਤੱਕ ਕਿਹਾ, ਜੀਵਤ ਪਿੱਤਰ ਨਾ ਮਾਨੈ ਕੋਊ, ਮੂਏ ਸਿਰਾਦ ਕਰਾਹੀ। ਕਹਿੰਦੇ ਭਾਈ ਜੇ ਏਡੇ ਹੀ ਵੱਡ ਵਡੇਰਿਆਂ ਦੇ ਨਾਲ ਪਿਆਰ ਹੈ, ਉਹਨਾਂ ਵਾਸਤੇ ਤੂੰ ਧਾਰਮਿਕ ਸਥਾਨਾਂ ਤੇ ਭੋਜਨ ਤਿਆਰ ਕਰਕੇ ਲੈ ਕੇ ਆ ਰਿਹਾ ਏ, ਮਰਨ ਤੋਂ ਬਾਅਦ ਤੇਰਾ ਇਹ ਕੀਤਾ ਹੋਇਆ ਵਿਖਾਵਾ ਏ, ਇਹਦਾ ਕੀ ਫਾਇਦਾ ਹੈ? ਕਿਉਂਕਿ ਜੀਂਦਿਆਂ ਜੀ ਤੇ ਤੂੰ ਉਹਨਾਂ ਦੀ ਸੇਵਾ ਹੀ ਨਹੀਂ ਕਰ ਪਾਇਆ। ਪਿੱਤਰ ਪੀ ਬੱਪਰੇ ਕਹੋ ਕਿਉਂ ਪਾਵੈ ਕਊਆ ਕੁਕਰ ਖਾਹੀ। ਕਹਿੰਦੇ ਜਦੋਂ ਜਿਉਂਦਿਆਂ ਜੀ ਤੂੰ ਪਿੱਤਰਾਂ ਦੀ ਸੇਵਾ ਨਹੀਂ ਕੀਤੀ, ਮਰਨ ਤੋਂ ਬਾਅਦ ਜਿਹੜਾ ਪਕਵਾਨ ਤਿਆਰ ਕਰਕੇ ਲਿਆਂਦਾ ਏ ਕਿ ਉਹਨਾਂ ਤੱਕ ਪਹੁੰਚ ਜਾਵੇਗਾ। ਬਾਬਾ ਕਬੀਰ ਜੀ ਕਹਿੰਦੇ ਇਹ ਤੇ ਜਾਂ ਬਾਹਮਣ ਨੇ ਜਾਂ ਧਾਰਮਿਕ ਦੁਆਰੇ ਵਾਲੇ ਸੇਵਾਦਾਰਾਂ ਨੇ ਖਾਣਾ ਹੈ, ਤੇ ਜਾਂ ਇਹ ਕਊਆ ਕੁਕਰਾਂ ਨੇ ਖਾਣਾ ਹੈ। ਉਹ ਵਿਚਾਰੇ ਮੜੇ ਹੋਏ ਪ੍ਰਾਣੀ ਤੱਕ ਇਹਦਾ ਕੋਈ ਵੀ ਲਾਭ, ਕੋਈ ਵੀ ਫਾਇਦਾ ਨਹੀਂ ਪਹੁੰਚੇਗਾ। ਗੁਰੂ ਸਾਹਿਬ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਮਿਹਰਮਤ ਵਰਤਾਈ, ਕਹਿਣ ਲੱਗੇ ਭਾਈ ਮੁਕਤੀ ਜਿਹੜੀ ਹੈ ਮਾਲਕ ਦੇ ਨਾਮ ਦੇ ਅੰਦਰ ਹੈ। ਧਾਰਮਿਕ ਤੌਰ ਤੇ ਬੜੇ ਲੋਕਾਂ ਨੇ ਜਿਹੜਾ ਇਹ ਜੀਵ ਨੂੰ ਕੁਮਾਰਗ ਵੱਲ ਨੂੰ ਧਕੇਲਿਆ, ਪੁੱਠੇ ਮਾਰਗ ਦੱਸੇ, ਜਿਹਦੇ ਵਿੱਚ ਆਪ ਦਾ ਭਲਾ, ਆਪ ਦਾ ਫਾਇਦਾ ਹੋਵੇ, ਉਹ ਤਰੀਕੇ ਦੱਸੇ। ਪਰ ਸਾਹਿਬ ਕਹਿੰਦੇ ਭਾਈ ਉਹਨਾਂ ਦਾ ਮ੍ਰਿਤਕ ਪ੍ਰਾਣੀ ਨੂੰ ਕੋਈ ਲਾਭ ਨਹੀਂ। ਜਿਹੜੇ ਧਾਰਮਿਕ ਆਗੂ ਤੁਹਾਨੂੰ ਤਰੀਕੇ ਦੱਸ ਰਿਹਾ, ਉਹਨਾਂ ਦਾ ਲਾਭ ਉਹ ਧਾਰਮਿਕ ਆਗੂ ਨੂੰ ਤੇ ਹੋਵੇਗਾ, ਪਰ ਜਿਸ ਬਾਬਤ ਇਹ ਸਭ ਕੁਝ ਕੀਤਾ ਜਾ ਰਿਹਾ ਉਹਨੂੰ ਕੋਈ ਲਾਭ ਨਹੀਂ। ਤਾਂ ਕਰ ਸਾਹਿਬ ਜੀ ਨੇ ਜਦੋਂ ਮੁਕਤੀ ਦੀ ਗੱਲ ਕੀਤੀ, ਬੜੇ ਪਿਆਰੇ ਸ਼ਬਦ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸ਼ਲੋਕਾਂ ਅੰਦਰ ਵਰਤੇ। ਕਹਿਣ ਲੱਗੇ ਉਸਤਤ ਨਿੰਦਿਆ ਨਾਹੀਂ ਜਿਹੇ, ਕੰਚਨ ਲੋਹ ਸਮਾਨ, ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹਿ ਤੈ ਜਾਨ। ਕਹਿੰਦੇ ਮੁਕਤ ਕੌਣ ਹੈ? ਕਹਿੰਦੇ ਉਸਤਤ ਨਿੰਦਿਆ ਨਾਹੀਂ ਜਿਹੇ। ਜੇ ਤੁਸੀਂ ਕਿਸੇ ਦੀ ਉਸਤਤ ਕਰਦੇ ਹੋ ਉਹਨੂੰ ਕੋਈ ਫਰਕ ਨਹੀਂ ਪੈਂਦਾ, ਜੇ ਕਿਸੇ ਦੀ ਨਿੰਦਿਆ ਕਰਦੇ ਹੋ
ਜੇ ਉਸ ਜਨ ਨੂੰ ਕੋਈ ਫਰਕ ਨਹੀਂ ਪੈ ਰਿਹਾ, ਜੇ ਉਹ ਜਨ ਨੇ ਸੁਭਾਉ ਆਪਣਾ ਗੁਰ ਮਤ ਦੇ ਨਾਲ ਇਉਂ ਦਾ ਘੜ ਲਿਆ ਏ ਕਿ ਭਾਵੇਂ ਉਹਦੇ ਸਾਹਮਣੇ ਕੰਚਨ ਹੈ ਤੇ ਭਾਵੇਂ ਲੋਹਾ ਏ, ਨਾ ਉਹ ਸੋਨੇ ਨੂੰ ਵੇਖ ਕੇ ਲਾਲਚ ਵਸ ਹੋ ਰਿਹਾ ਏ, ਨਾ ਆਪਣੀ ਉਸਤਤ ਸੁਣ ਕੇ ਹੀ ਉਹਦੇ ਅੰਦਰ ਜਿਹੜਾ ਇਹ ਹੰਕਾਰ ਆ ਰਿਹਾ ਏ। ਕਹਿੰਦੇ ਭਾਈ ਉਹ ਪ੍ਰਾਨੀ ਜਿਹੜਾ ਇਹ ਜਿਉਂਦਿਆਂ ਜੀ ਮੁਕਤ ਹੈ। ਜਾਂ ਪਾਵਨ ਧੰਨ ਗੁਰੂ ਤੇਗ ਬਹਾਦਰ ਜੀ ਬਚਨ ਕਰਦੇ, ਕਹਿੰਦੇ ਹਰਖ ਸੋਗ ਜਾਮੈ ਨਹੀਂ। ਮੁਕਤ ਕੌਣ ਹੈ? ਹਰਖ ਸੋਗ ਜਾਮੈ ਨਹੀਂ, ਬੈਰੀ ਮੀਤ ਸਮਾਨ। ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਕਹਿੰਦੇ ਜਿਸ ਅੰਦਰ ਖੁਸ਼ੀ ਤੇ ਗਮੀ ਦਾ ਕੋਈ ਪ੍ਰਭਾਵ ਨਹੀਂ, ਜਿਸ ਜਨ ਦੇ ਅੰਦਰ ਇਵੇਂ ਦਾ ਸੁਭਾਉ ਘੜਿਆ ਗਿਆ ਏ, ਇਵੇਂ ਦਾ ਬਾਣੀ ਦੇ ਨਾਲ ਜਿਹਦਾ ਨਜ਼ਰੀਆ, ਜਿਹਦੀ ਮੱਤ ਬਣ ਗਈ ਹੈ ਕਿ ਭਾਵੇਂ ਉਹਦਾ ਦੁਸ਼ਮਣ ਵੀ ਹੈ, ਉਹਨੂੰ ਵੀ ਵੈਰੀ ਮੀਤ ਸਮਾਨ, ਵੈਰੀ ਨੂੰ ਵੀ ਜਿਹੜਾ ਮਿੱਤਰ ਸਮਝਣ ਲੱਗ ਗਿਆ ਏ। ਸਾਹਿਬ ਕਹਿੰਦੇ ਭਾਈ ਉਹ ਜੀਵਨ ਮੁਕਤ ਹੈ। ਇੱਕ ਗੁਰੂ ਸਾਹਿਬ ਨੇ ਕਰਮ ਕਾਂਡਾਂ ਦੇ ਵਿੱਚੋਂ ਬਾਹਰ ਕੱਢ ਕੇ ਪੈਰਾਮੀਟਰ ਦਿੱਤਾ ਏ ਕਿ ਜੇ ਤੂੰ ਕਹਿੰਦਾ ਹੈ ਕਿ ਮੈਂ ਤੇ ਜਿਉਂਦਿਆਂ ਜੀ ਮੁਕਤ ਹੈ, ਤੇ ਇਹ ਪੈਰਾਮੀਟਰ ਤੇ ਆਪਣੀ ਪਰਖ ਕਰ। ਜਿਵੇਂ ਗੁਰਬਾਣੀ ਦਰਪਣ ਹੈ, ਗੁਰਬਾਣੀ ਸ਼ੀਸ਼ਾ ਹੈ, ਸਾਨੂੰ ਸ਼ੀਸ਼ਾ ਵਿਖਾਉਂਦੀ ਹੈ ਅੰਤਰ ਆਤਮੇ। ਜਦੋਂ ਪਾਵਨ ਬਾਣੀ ਕੇ ਬਚਨਾਂ ਦੇ ਅੰਦਰ ਜ਼ਿਕਰ ਆਉਂਦਾ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਧਿਆਵੈ। ਇੱਕ ਪੈਰਾਮੀਟਰ, ਇੱਕ ਸ਼ੀਸ਼ਾ ਹੈ ਕਿ ਗੁਰੂ ਕਾ ਸਿੱਖ ਸੱਚਮੁੱਚ ਹੀ ਐਵੇਂ ਕਰ ਰਿਹਾ ਹੈ। ਜੀਵਨ ਮੁਕਤ ਸੁਆਖੀ ਹੈ ਜਿਸ ਵਿੱਚੋਂ ਹਉਮੈ ਜਾਏ, ਹਰਖ ਸੋਗ ਜਾਮੈ ਨਹੀਂ, ਬੈਰੀ ਮੀਤ ਸਮਾਨ। ਕਿ ਸੱਚਮੁੱਚ ਹੀ ਇੱਕ ਪੈਰਾਮੀਟਰ ਗੁਰੂ ਸਾਹਿਬ ਨੇ ਦੇ ਦਿੱਤਾ ਕਿ ਜਿਹੜਾ ਜੀਵਨ ਮੁਕਤ ਆਪਣੇ ਆਪ ਨੂੰ ਕਹਿ ਰਿਹਾ ਏ, ਉਹ ਇੱਕ ਵਾਰ ਪਰਖ ਕਰ ਲਵੇ, ਕਿਤੇ ਭਰਮ ਦੇ ਅੰਦਰ ਹੀ ਨਾ ਰਵੇ। ਜੀਵਨ ਮੁਕਤ ਵਿਅਕਤੀ ਐਵੇਂ ਦਾ ਹੁੰਦਾ ਏ ਜਿਹਦੇ ਅੰਦਰ ਨਾ ਖੁਸ਼ੀ ਕਰਕੇ ਕੋਈ ਜਿਹਦੇ ਜੀਵਨ ਦੇ ਅੰਦਰ ਤਬਦੀਲੀ ਆਈ, ਤੇ ਨਾ ਗਮ ਕਰਕੇ ਜਿਹਦੇ ਜੀਵਨ ਅੰਦਰ ਤਬਦੀਲੀ ਆਈ। ਦੋਵਾਂ ਅਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਐ। ਜੇ ਜਿਆਦੀ ਮਾਇਆ ਆ ਗਈ ਹੈ ਉਹਦੇ ਨਾਲ ਵੀ ਜਿੰਨੇ ਮਾਲਕ ਨੂੰ ਵਿਸਾਰਿਆ ਨਹੀਂ, ਜੇ ਸਾਰਾ ਧਨ ਚਲਿਆ ਗਿਆ ਹੈ ਤਾਂ ਵੀ ਜਿੰਨੇ ਮਾਲਕ ਨੂੰ ਕੋਈ ਉਲਾਮਾ ਨਹੀਂ ਦਿੱਤਾ, ਤੇ ਜਿਹੜਾ ਵੈਰੀ ਨੂੰ ਵੀ ਮਿੱਤਰ ਬਣਾਉਣ ਦੀ ਸਮਰੱਥਾ ਰੱਖਣ ਲੱਗ ਪਿਆ। ਸਾਹਿਬ ਕਹਿੰਦੇ ਭਲਿਆ ਅਸਲ ਅੰਦਰ ਜਿਉਂਦਿਆਂ ਜੀ ਉਹ ਮੁਕਤ ਹੈ, ਮਰਨ ਤੋਂ ਬਾਅਦ ਮੁਕਤੀ ਨਹੀਂ। ਗੁਰਮਤਿ ਨੇ ਜਿਉਂਦਿਆਂ ਜੀ ਮੁਕਤੀ ਦੀ ਗੱਲ ਕੀਤੀ। ਕਹਿੰਦੇ ਅਸਲ ਅੰਦਰ ਉਹ ਜੀਵਨ ਮੁਕਤ ਹੈ। ਜਾਂ ਪਾਵਨ ਬਾਣੀ ਦੇ ਅੰਦਰ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਇੱਕ ਬੜਾ ਪਿਆਰਾ ਸ਼ਬਦ ਵਰਤਿਆ। ਕਹਿੰਦੇ ਫੂਟੋ ਆਂਡਾ ਭਰਮ ਕਾ ਮਨਹਿ ਭਇਆ ਪ੍ਰਗਾਸ, ਕਾਟੀ ਬੇੜੀ ਪਗਹਾਂ ਤੇ ਗੁਰ ਕੀਨੀ ਬੰਦ ਖਲਾਸ। ਕਹਿੰਦੇ ਗੁਰੂ ਨੇ ਬਖਸ਼ਿਸ਼ ਕੀਤੀ, ਜਿਹੜਾ ਮੇਰੇ ਮਨ ਦੇ ਅੰਦਰ ਭਰਮਾਂ ਦਾ ਕਰਮ ਕਾਂਡਾਂ ਦਾ ਭਾਂਡਾ ਸੀ ਉਹ ਟੁੱਟ ਗਿਆ। ਮਨਹਿ ਭਇਆ ਪ੍ਰਗਾਸ ਕਦੋਂ? ਜਦੋਂ ਗੁਰੂ ਨੇ ਕਿਰਪਾ ਕਰਕੇ ਹਿਰਦੇ ਦੇ ਅੰਦਰ ਪ੍ਰਗਾਸ, ਹਿਰਦੇ ਦੇ ਅੰਦਰ ਪ੍ਰਗਾਸ ਚਾਨਣ ਕਰ ਦਿੱਤਾ। ਜਦੋਂ ਗੁਰੂ ਨੇ ਕਿਰਪਾ ਕੀਤੀ, ਜਿਹੜੀ ਪੈਰਾਂ ਨੂੰ ਬੇੜੀ ਲੱਗੀ ਹੋਈ ਸੀ, ਬੇੜੀਆਂ ਲੱਗੀਆਂ ਹੋਈਆਂ ਸੀ ਕਰਮ ਕਾਂਡਾਂ ਦੀਆਂ, ਵਿਕਾਰਾਂ ਦੀਆਂ, ਗੁਰੂ ਨੇ ਕਿਰਪਾ ਕਰ ਪਾਵਨ ਸ਼ਬਦ ਦੇ ਨਾਲ, ਬਖਸ਼ਿਸ਼ ਦੇ ਨਾਲ, ਕਿਰਪਾ ਦੇ ਨਾਲ ਉਹ ਸਾਰੀਆਂ ਵਿਕਾਰਾਂ ਕਰਮ ਕਾਂਡਾਂ ਦੀਆਂ ਬੇੜੀਆਂ ਨੂੰ ਤੋੜ ਕਰਕੇ ਮੈਨੂੰ ਜੀਂਦਿਆਂ ਜੀ ਮੁਕਤ ਕਰ ਦਿੱਤਾ। ਹੁਣ ਕੋਈ ਵੀ ਵਿਕਾਰ, ਕੋਈ ਵੀ ਕਰਮ ਕਾਂਡ ਮੇਰੇ ਉੱਪਰ ਪ੍ਰਭਾਵ ਨਹੀਂ ਪਾ ਰਿਹਾ। ਕਹਿੰਦੇ ਇਹ ਗੁਰੂ ਦੀ ਬਖਸ਼ਿਸ਼ ਹੈ ਔਰ ਉਹ ਜਨ ਜੀਵਨ ਮੁਕਤ ਹੈ। ਸਾਹਿਬ ਨੇ ਅਗਲੇ ਬੰਦਾ ਅੰਦਰ ਬਚਨ ਕੀਤੇ। ਕਹਿੰਦੇ ਵੇਦ ਪੜ੍ਹੈ ਮੁਖ, ਮਿੱਠੀ ਬਾਣੀ ਜੀਆਂ, ਕੋਹਤ ਨ ਸੰਗੈ ਪ੍ਰਾਣੀ। ਪਰ ਕਹਿੰਦੇ ਇਹ ਤੇ ਗੁਰੂ ਦੀ ਬਖਸ਼ਿਸ਼,
ਕਿਰਪਾ ਔਰ ਜੀਵ ਦੇ ਉਦਮ ਦੇ ਨਾਲ ਜੀਵ ਉਦਮ ਕਰਕੇ ਗੁਰੂ ਦੇ ਪਾਸ ਆਉਂਦਾ ਹੈ, ਪਰ ਕੇਵਲ ਉਦਮ ਦੇ ਨਾਲ, ਕੇਵਲ ਕਰਮ ਦੇ ਨਾਲ ਸਫਲਤਾ ਨਹੀਂ। ਜੇ ਗੁਰੂ ਬਖਸ਼ਿਸ਼ ਕਰੇ ਤੇ ਸਫਲਤਾ ਏ, ਗੁਰੂ ਕਿਰਪਾ ਕਰੇ ਤੇ ਸਫਲਤਾ ਏ। ਧਾਰਮਿਕ ਆਗੂਆਂ ਦੀ ਗੱਲ ਕਰਦੇ ਹਾਂ, ਧੰਨ ਗੁਰੂ ਨਾਨਕ ਮਹਾਰਾਜ, ਪੰਜਵੇਂ ਨਾਨਕ ਗੁਰੂ ਅਰਜਨ ਜੀ ਨੇ ਬਚਨ ਕੀਤੇ, ਕਹਿੰਦੇ ਵੇਦ ਪੜ੍ਹੈ ਮੁਖ ਮੀਠੀ ਬਾਣੀ, ਬੜੀ ਮਿੱਠੀ ਸੁਰ ਦੇ ਅੰਦਰ। ਹਾਲਾਂਕਿ ਬਾਹਮਣ ਜਿਹੜਾ ਏ ਉਹ ਵੇਦਾਂ ਦਾ ਪਾਠ ਵੀ ਕਰਦਾ ਏ, ਪਰ ਵੇਦਾਂ ਦੇ ਪਾਠ ਕਰਨ ਦੇ ਨਾਲ, ਕਿਉਂਕਿ ਪਾਠ ਕੀਤਾ ਜ਼ਰੂਰ, ਪਰ ਪਾਠ ਨੂੰ ਵਿਚਾਰ ਕੇ ਆਪਣੇ ਅੰਦਰ ਨਹੀਂ ਧਾਰਨ ਕੀਤਾ। ਕਹਿੰਦੇ ਪਾਠ ਕੀਤਾ ਜ਼ਰੂਰ, ਪਰ ਕੀ ਹੋਇਆ, ਜੀਆਂ ਕੋਹਤ ਨਾ ਸੰਗੇ ਪ੍ਰਾਣੀ, ਜੀਆਂ ਨੂੰ ਕੌਣ ਲੱਗਿਆ, ਜੀਆਂ ਨੂੰ ਖਤਮ ਕਰਨ ਲੱਗਿਆ। ਇੱਕ ਪਲ ਵੀ ਉਹਦੇ ਮਨ ਦੇ ਅੰਦਰ ਜਿਹੜਾ ਭੈ ਨਹੀਂ ਆ ਰਿਹਾ, ਉਹ ਸੰਗ ਨਹੀਂ ਰਿਹਾ। ਤੇ ਅਖੀਰਲੇ ਬੰਦ ਅੰਦਰ ਫਿਰ ਸਾਹਿਬ ਨੇ ਬਚਨ ਕੀਤੇ, ਕਹਿਣ ਲੱਗੇ ਕਹੋ ਨਾਨਕ ਜਿਸ ਕਿਰਪਾ ਧਾਰੈ, ਹਿਰਦਾ ਸ਼ੁੱਧ ਬ੍ਰਹਮ ਵਿਚਾਰੇ। ਸਾਹਿਬ ਕਹਿੰਦੇ ਭਾਈ ਮਾਲਕ ਦੇ ਦਰ ਤੇ ਆਇਆ ਕਰ, ਗੁਰੂ ਦੇ ਅੱਗੇ ਨਮਸਕਾਰ ਕਰਿਆ ਕਰ। ਉਹ ਮਾਲਕ ਜਿਸ ਤੇ ਕਿਰਪਾ ਕਰ ਦਿੰਦਾ ਏ, ਉਹਦਾ ਹਿਰਦਾ ਸ਼ੁੱਧ ਹੋ ਜਾਂਦਾ। ਉਹ ਬ੍ਰਹਮ ਦੀ, ਉਹ ਮਾਲਕ ਦੀ ਇਬਾਦਤ ਨੂੰ ਹਿਰਦੇ ਦੇ ਅੰਦਰ ਧਾਰਨ ਕਰਦਾ ਏ। ਜੀਵ ਜਿੰਨੇ ਮਰਜ਼ੀ ਯਤਨ ਕਰ ਲਵੇ, ਜਿੰਨੇ ਮਰਜ਼ੀ ਕਰਮ ਕਾਂਡ ਕਰ ਲਵੇ, ਪਰ ਜਿੰਨਾ ਚਿਰ ਮਾਲਕ ਦੀ ਬਖਸ਼ਿਸ਼, ਮਾਲਕ ਦੀ ਕਿਰਪਾ ਨਹੀਂ ਵਰਤਦੇ, ਉਹਨਾਂ ਚਿਰ ਜਿਹੜਾ ਹੈ ਉਹਦੇ ਕੀਤੀ ਹੋਏ ਕਰਮ ਸਫਲ ਨਹੀਂ। ਗੁਰੂ ਦੇ ਦੁਆਰੇ ਤੇ ਆ ਕੇ ਜੀਵ ਨੇ ਜਿੱਥੇ ਸੇਵਾ ਸਿਮਰਨ ਕਰਨਾ ਹੈ, ਉਹਦੇ ਨਾਲ ਗੁਰੂ ਦੇ ਅੱਗੇ ਇਹ ਅਰਦਾਸ ਕਰਨੀ ਹੈ ਕਿ ਸਤਿਗੁਰੂ ਮੈਂ ਤਾਨ ਦੀ ਬਾਣ ਤੂੰ ਹੈ ਮੇਰੇ ਸੁਆਮੀ, ਮੈਂ ਤੁਧੇ ਆਗੇ ਅਰਦਾਸ ਮੈਂ ਹੋਰ ਥਾਓ ਨਾਹੀ, ਜਿਸ ਪੈ ਕਰੋ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ। ਗੁਰੂ ਕਿਰਪਾ ਕਰਨ। ਸਮੁੱਚੇ ਸ਼ਬਦ ਅੰਦਰ ਸਤਿਗੁਰਾਂ ਜੀ ਨੇ ਕਰਮ ਕਾਂਡਾਂ ਦਾ ਖੰਡਨ ਕਰਦੇ ਆ। ਮਾਲਕ ਦੇ ਸਿਮਰਨ ਦੇ ਨਾਲ ਜੀਵਨ ਮੁਕਤੀ ਦਾ ਮਾਰਗ ਦੱਸਿਆ ਹੈ, ਔਰ ਜਿਹੜੇ ਹੋਰ ਧਾਰਮਿਕ ਪੈਰੋਕਾਰ ਆਗੂਆਂ ਵੱਲੋਂ, ਧਾਰਮਿਕ ਬੰਦਿਆਂ ਵੱਲੋਂ ਹਰ ਧਰਮ ਦੇ ਅੰਦਰ ਦੱਸੇ ਜਾ ਰਹੇ ਕਰਮ ਕਾਂਡ, ਜਿਨ੍ਹਾਂ ਦਾ ਸਿੱਧਾ ਸੰਬੰਧ ਹੀ ਉਹ ਧਾਰਮਿਕ ਬੰਦੇ ਦੇ ਨਾਲ ਹੈ, ਜਿਹਦੇ ਕਰਮ ਕਾਂਡ ਦਾ ਸੰਬੰਧ ਜੀਵ ਦੇ ਨਾਲ ਕੋਈ ਨਹੀਂ। ਗੁਰੂ ਨੇ ਉਹਨਾਂ तमाम ਕਰਮ ਕਾਂਡਾਂ ਦਾ ਖੰਡਨ ਕਰ ਮਾਲਕ ਦੇ ਨਾਮ ਦੇ ਨਾਲ ਜੁੜਨ ਦੀ ਗੱਲ ਕੀਤੀ ਹੈ ਕਿ ਮੁਕਤ ਪਦਾਰਥ ਨਾਮ ਸਮਾਈਏ। ਜੇ ਮੁਕਤ ਹੋਣਾ ਹੈ, ਜੇ ਮੁਕਤੀ ਰੂਪੀ ਪਦਾਰਥ ਨੂੰ ਪ੍ਰਾਪਤ ਕਰਨਾ ਹੈ, ਤੇ ਨਾਮ ਨੂੰ ਧਿਆ, ਮਾਲਕ ਦੀ ਰਜ਼ਾ ਦੇ ਅੰਦਰ ਚੱਲ ਤੇ ਉਹਦਾ ਸ਼ੁਕਰਾਨਾ ਕਰ। ਗੁਰੂ ਕਿਰਪਾ ਕਰਨ। ਸਮੁੱਚੇ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗੁਰੂ ਬਖਸ਼ਣ ਜੋਗ। ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ।